20ਵੀਂ ਸਦੀ ਦੀ ਸ਼ੁਰੂਆਤ ਵਿੱਚ ਪੰਜਾਬ ਦੀ ਸਿੱਖ ਸਿਆਸਤ ਵਿੱਚ ਕੁਝ ਅਹਿਮ ਫੇਰਬਦਲ ਹੁੰਦੇ ਹਨ। ਇਹ ਫੇਰਬਦਲ ਪੰਜਾਬ ਦੀ ਸਿਆਸਤ ਦਾ ਭਵਿੱਖ ਤੈਅ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਪੰਜਾਬ ਸਰਕਾਰ ਦੀ ਪਾਰਟੀਸ਼ਨ ਸੀਰੀਜ਼ ਵਿੱਚ ਮੈਂ ਗਗਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ। ਪਾਰਟੀਸ਼ਨ ਸੀਰੀਜ਼ ਦੇ ਭਾਗ ਪਹਿਲੇ ਵਿੱਚ ਅੱਜ ਅਸੀਂ 1947 ਤੋਂ ਪਹਿਲਾਂ ਦੀ ਸਿੱਖ ਸਿਆਸਤ ਤੇ ਵਿਚਾਰ ਵਟਾਂਦਰਾ ਕੀਤਾ। ਅਸੀਂ ਗੱਲਬਾਤ ਕੀਤੀ ਡਾਕਟਰ ਸੁਖਮਣੀ ਬੱਲ ਰਿਆੜ ਨਾਲ, ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾ ਰਹੇ ਹਨ। ਅਸੀਂ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ, ਖਾਲਸਾ ਨੈਸ਼ਨਲ ਪਾਰਟੀ ਤੇ 1947 ਦੀ ਵੰਡ ਤੋਂ ਪਹਿਲਾਂ ਹੋਈ ਖਾਲਿਸਤਾਨ ਦੀ ਮੰਗ ਬਾਰੇ ਗੱਲਬਾਤ ਕੀਤੀ। ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਇਹ 1920 ਤੋਂ ਐਕਚੁਅਲੀ ਅਕਾਲੀ ਦਲ ਬਣਿਆ ਸੀ। ਮੈਂ ਕੰਮ ਕੀਤਾ ਹੋਇਆ ਉਹਨੇ ਆਰਗੇਨਾਈਜੇਸ਼ਨ ਕਾਲਡ ਦ ਸੈਂਟਰਲ ਸਿੱਖ ਲੀਗ। ਉਹ ਪੋਲੀਟੀਕਲ ਗਰੁੱਪ ਸੀ। ਇਨਫੈਕਟ 1919 ਦੇ ਬਿਗਨਿੰਗ ਦੇ ਵਿੱਚ ਹੀ ਸਭ ਤੋਂ ਪਹਿਲਾਂ ਇਹਨਾਂ ਨੇ ਸੈਂਟਰਲ ਸਿੱਖ ਲੀਗ ਬਣਾਈ ਸੀ ਔਨ ਦ ਪੈਟਰਨ ਕਿ ਮੁਸਲਿਮ ਲੀਗ ਬਣਾ ਸਕਦੇ ਤੇ ਅਸੀਂ ਵੀ ਬਣਾ ਲਈਏ। ਸੋ ਉਹ ਪੋਲੀਟੀਕਲ ਡਿਸੀਜਨਸ ਲੈਂਦੇ ਸੀ ਡੈਫੀਨਿਟਲੀ ਫॉर द ਕਮਿਊਨਿਟੀ। ਮੈਂ ਉਹਦੇ ਉੱਤੇ ਵੀ ਕਿਤਾਬ ਲਿਖੀ ਆ, ਸੋ ਉਹ ਵੀ ਤੁਹਾਨੂੰ ਜ਼ਰੂਰ ਦਊਂਗੀ ਪੜ੍ਹਨ ਦੇ ਲਈ। ਉਹ ਜਿਹੜੀ ਸੀ ਨਾ ਆਰਗੇਨਾਈਜੇਸ਼ਨ, ਉਹ ਹੌਲੀ ਹੌਲੀ ਇਸ਼ੂ ਬਣਦਾ ਗਿਆ ਕਿ ਉਸੇ ਵੇਲੇ ਮਹੰਤ ਆਕੂਪਾਈ ਕਰਦੇ ਸੀ ਤੁਹਾਡੇ ਗੁਰਦੁਆਰੇ। ਉਹਨਾਂ ਨੇ ਮਹੰਤਾਂ ਨੇ ਪਰਸਨਲ ਪ੍ਰਾਪਰਟੀਜ਼ ਬਣਾ ਲਈਆਂ ਸੀ ਗੁਰਦੁਆਰਿਆਂ ਦੀਆਂ। ਸੋ ਉਹ ਜਿਹੜੀ ਗੁਰਦੁਆਰੇ ਨੂੰ ਲਿਬਰੇਟ ਕਰਾਉਣ ਲਈ ਇਹਨਾਂ ਨੇ ਇੱਕ ਹੌਲੀ ਦਿਨੇ ਇਹ ਇਨਫੈਕਟ ਲੀਡਰ ਉਹੀ ਸੀ ਸੈਂਟਰਲ ਸਿੱਖ ਲੀਗ ਦੇ, ਪਰ ਉਹਨਾਂ ਨੇ ਨਾਲ ਹੀ ਆਪਣੀ ਇੱਕ ਆਰਗੇਨਾਈਜੇਸ਼ਨ ਕਿ ਇਹ ਲਿਬਰੇਟ ਕਿੱਦਾਂ ਹੋ ਸਕਦੇ ਆ, ਮਹੰਤਾਂ ਤੋਂ ਛਡਾਉਣਾ ਕਿੰਨੇ, ਅੱਗੇ ਜਾ ਕੇ ਮਲੀਸ਼ੀਆ ਜਿਹਨੂੰ ਕਹਿੰਦੇ ਹੋ, ਜਿੱਦਾਂ ਆਪਾਂ ਵੋਲੰਟੀਅਰ ਨਹੀਂ ਮੰਗਦੇ ਵੀ ਹੁਣ ਤੁਸੀਂ ਅੱਗੇ ਜਾਣਾ ਹੈਗਾ। ਸੋ ਇਨਫੈਕਟ ਸਿੱਖਾਂ ਨੇ ਐਟ ਦੈਟ ਪੁਆਇੰਟ ਆਫ ਟਾਈਮ ਉਹਨਾਂ ਨੇ ਇਹਨਾਂ ਨੂੰ ਰਿਕਰੂਟ ਕੀਤਾ, ਹਰ ਵੀ ਜਥੇ ਬਣਾਓ, ਜਥੇਦਾਰ ਆਪਣਾ ਲੀਡਰ ਆਪੇ ਚੁਣਿਆ। ਜੱਥਾ ਕਹਿਣ ਵੀ 20 ਬੰਦਿਆਂ ਦਾ, ਜੱਥਾ ਕਹਿਣ 5 ਬੰਦਿਆਂ ਦਾ ਵੀ ਹੋ ਸਕਦਾ, 200 ਦਾ ਵੀ ਹੋ ਸਕਦਾ, 500 ਦਾ ਵੀ ਹੋ ਸਕਦਾ। ਤੁਸੀਂ ਜਾ ਕੇ ਜਿਹੜੇ ਵੱਡੇ ਗੁਰਦੁਆਰੇ ਆ ਨਾ ਉੱਥੇ। ਇਸ ਵੇਲੇ ਅਕਾਲੀ ਦਲ ਕੋਈ ਅੱਡ ਕੋਈ ਪੋਲੀਟੀਕਲ ਗਰੁੱਪ ਨਹੀਂ ਹੈ। ਦੇ ਆਰ ਆਲ ਮੈਂਬਰਸ ਆਫ ਦੀ ਇੰਡੀਅਨ ਨੈਸ਼ਨਲ ਕਾਂਗਰਸ ਆਲਸੋ ਸਾਈਮਲਟੇਨੀਅਸਲੀ। ਤਾਰਾ ਸਿੰਘ ਤੇ ਦੋਨਾਂ ਦਾ ਪ੍ਰੈਜ਼ੀਡੈਂਟ ਵੀ ਰਿਹਾ ਪੰਜਾਬ ਦੇ ਵਿੱਚ। ਸੋ ਇਹਨਾਂ ਨੇ ਉਹ ਚੀਜ਼ ਦੇ ਵਿੱਚ ਇੱਕ ਦਲ ਬਣਾਇਆ। ਦਲ ਦਾ ਮਤਲਬ ਹੀ ਹੈ ਕਿ ਤੁਸੀਂ ਲਾਰਜ ਗਰੁੱਪ ਬਣਾਓ। ਉਹ ਫਿਰ ਲਿਬਰੇਟ ਹੁੰਦੇ ਗਏ। ਜਦੋਂ ਸਾਰੇ ਲਿਬਰੇਟ ਹੋ ਗਏ ਤੇ ਉਹਨਾਂ ਨੇ ਉਸੇ ਵੇਲੇ ਕਿਹਾ, ਸਭ ਤੋਂ ਪਹਿਲਾਂ ਤਾਂ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਕਿ ਜਿਹੜਾ ਲਿਬਰੇਟ, ਜਦੋਂ ਅਸੀਂ ਮਹੰਤ ਨੂੰ ਕੱਢਤਾ ਤੇ ਹੁਣ ਕਿਹਨੇ ਦੇਖਭਾਲ ਕਰਨੀ ਹੈ। ਸੋ ਇਹਨਾਂ ਨੇ ਸ਼੍ਰੋਮਣੀ ਹੀ ਕਮੇਟੀ ਬਣਾਈ, ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਕਮੇਟੀ। ਤੇ ਇਹ ਜਿਹੜੀ SGPC ਜਿਹਨੂੰ ਤੁਸੀਂ ਕਹਿੰਦੇ ਹੋ, ਇਹ ਹੋਂਦ ਚਾਈ। ਅਕਾਲੀ ਦਲ ਕੀ ਸੀ? ਫਾਈਟਿੰਗ ਜਥੇ ਸਿਰਫ ਜਾਣੀ। ਓਕੇ, ਸੋ ਇਸ ਕੁਐਸਚਨ ਸਾਰਾ ਸਿੰਪਲੀ ਖਤਮ ਹੋ ਗਿਆ 1925 ਦੇ ਵਿੱਚ, ਕਿਉਂਕਿ ਮੋਸਟਲੀ ਇਹਨਾਂ ਨੇ ਆਪਣੇ ਅਧੀਨ ਲੈ ਲਏ, ਸਾਰੇ SGPC ਦੇ ਥੱਲੇ ਆ ਗਏ। ਤੇ ਫਿਰ ਗਵਰਨਮੈਂਟ ਨੇ ਗੁਰਦੁਆਰਾ ਰਿਫਾਰਮ ਐਕਟ ਪਾਸ ਕਰ ਦਿੱਤਾ, ਜਿਹਦੇ ਅਧੀਨ ਉਹ ਕਹਿੰਦੇ ਵੀ ਨਹੀਂ, ਹੁਣ ਇਹ ਡੈਮੋਕ੍ਰੈਟਿਕਲੀ ਤੁਸੀਂ ਇਲੈਕਟ ਵੀ ਹੋਵੋਗੇ। ਵੀ ਆਲ ਐਗਰੀਡ, ਸਾਰੀ ਸਿੱਖ ਕਮਿਊਨਿਟੀ ਐਗਰੀਡ, ਕਿਉਂਕਿ ਉਹ ਬੜਾ ਵੱਡਾ ਮਸਲਾ ਸੀ। ਇਹ ਚੜਾਵਾ ਹੁੰਦਾ ਹੈ, ਗੁਰਦੁਆਰੇ ਦੀ ਮੇਨਟੇਨੈਂਸ ਹੁੰਦੀ ਆ, ਇਹਦੇ ਇੰਪਲੋਈਜ਼ ਕਿੱਦਾਂ ਤੁਸੀਂ ਰਿਕਰੂਟ ਕਰਨੇ ਆ, ਕਿਸ ਤਰ੍ਹਾਂ ਇਹਨਾਂ ਨੂੰ ਆਰਗੇਨਾਈਜ਼ ਕਰਨਾ ਹੈ ਤਾਂ ਕਿ ਰਿਲੀਜੀਅਸ ਐਂਡੋਨਮੈਂਟਸ ਇਹ ਜਿਹੜਾ ਐਕਟ ਆ ਉਹਦੇ ਥੱਲੇ। ਤੇ ਗਵਰਨਮੈਂਟਸ ਵੀ ਇਹੋ ਕਹਿੰਦੇ ਸੀ ਵੀ ਰਿਲੀਜਨ ਵਾਲੇ ਕੁਐਸਚਨ ਨੂੰ ਈਵਨ ਬ੍ਰਿਟਿਸ਼ ਫੈਲਟ ਕਿ ਅਸੀਂ ਨਹੀਂ ਉਹਦੇ ਵਿੱਚ ਇੰਟਰਵੀਨ ਕਰਨਾ ਚਾਹੁੰਦੇ, ਤੁਸੀਂ ਆਪਣੇ ਆਪ ਇਲੈਕਟ ਕਰੋ। ਸੋ ਇਹ ਇਕੱਠੇ ਸੀ। ਇਹਨਾਂ ਦੀ ਕਲੀਵੇਜ ਆਉਂਦੀ ਹੈ ਜੀ, ਇਹ ਮੈਂ ਦੱਸਿਆ ਨਾ ਇਲੈਕਸ਼ਨਾਂ 'ਚ ਜਦੋਂ ਰੈਪਰੈਜ਼ੈਂਟੇਸ਼ਨ ਉਹਨਾਂ ਨੇ ਕਰ ਦਿੱਤੀ ਵੀ ਇੰਨੇ ਜਾਓਗੇ, ਲੈਜਿਸਲੇਟਿਵ ਕਾਉਂਸਲਸ 'ਚ ਇੰਨੇ ਜਾਓਗੇ। ਉਹ ਹੌਲੀ ਹੌਲੀ 35 ਵਾਲੇ ਐਕਟ ਦੇ ਬਾਅਦ
ਇਹ ਫਿਰ ਅਕਾਲੀਜ਼ ਐਜ਼ ਏ ਪਾਰਟੀ ਇਹਨਾਂ ਨੇ ਇੱਕ ਆਪਣਾ ਨੋਮੀਕਲੇਚਰ ਅਕਾਲੀ ਰੱਖ ਲਿਆ, ਓਕੇ, ਬਟ ਤੁਸੀਂ ਵੱਡੇ ਕਿਸੇ ਵੀ ਲੀਡਰ ਨੂੰ ਪੁੱਛ ਲਓ ਇਹਦੀ ਓਰੀਜਨ ਐਕਚੁਅਲੀ ਐਜ਼ ਏ ਪਾਰਟੀ ਕਦੋਂ ਇਹ ਉੱਭਰੀ ਹੈ। ਆਮ ਸ਼ੋਰ ਬਾਦਲ ਸਾਹਿਬ ਨੂੰ ਵੱਡੇ ਵਾਲਿਆਂ ਨੂੰ ਤਾਂ ਸਾਰਾ ਕੁਝ ਪਤਾ ਹੋ, ਹੀ ਲਿਵਡ ਥਰੂ ਦਿਸ ਏਜ, ਬਟ ਅਦਰਵਾਈਜ਼ ਉਹਨਾਂ ਦਿਨਾਂ 'ਚ ਤਾਂ ਹੀ ਮਸਟ ਬੀ ਅ ਯੂਥਫੁਲ ਲੀਡਰ। ਇਹ ਸੀਗੇ ਵੀ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਹੀ ਮੈਂਬਰ ਸੀਗੇ। ਸੋ ਐਨੀਵੇ ਇਹ ਜਦੋਂ 37 ਵਾਲੀ ਇਲੈਕਸ਼ਨ ਦੇ ਵਿੱਚ ਡੈਫੀਨਿਟਲੀ ਇਹ ਮਰਜ ਹੋ ਜਾਂਦੇ ਆ ਤੇ ਇਹਨਾਂ ਨੇ ਫਿਰ ਆਪਣੀ ਐਜ਼ ਏ ਪੋਲੀਟੀਕਲ ਪਾਰਟੀ ਫਾਰਮੇਸ਼ਨ ਕਰ ਲਈ। ਸੋ ਅਕਾਲੀ ਦਲ ਡਿਫਰੈਂਟ ਚੀਜ਼ ਹੈ, ਅਕਾਲੀ ਪਾਰਟੀ। ਇਹ ਸਵਾਲ ਸਗੋਂ ਤੁਸੀਂ ਉਹਨਾਂ ਨੂੰ ਪੁੱਛੋ ਤੇ ਦੇ ਮਾਈਟ ਬੀ ਏਬਲ ਟੂ ਆਨਸਰ ਯੂ ਮੋਰ ਐਪਰੋਪਰੀਏਟਲੀ। ਇਸੇ ਦੌਰਾਨ ਸਰ ਸੁੰਦਰ ਸਿੰਘ ਮਜੀਠੀਆ ਵੀ ਵੱਡੇ ਸਿੱਖ ਆਗੂ ਦੇ ਤੌਰ ਤੇ ਉੱਭਰਦੇ ਹਨ। ਉਹਨਾਂ ਸਰ ਜੋਗਿੰਦਰ ਸਿੰਘ ਨਾਲ ਮਿਲ ਕੇ ਖਾਲਸਾ ਨੈਸ਼ਨਲ ਪਾਰਟੀ ਦਾ ਗਠਨ ਕੀਤਾ। ਖਾਲਸਾ ਨੈਸ਼ਨਲ ਪਾਰਟੀ ਸਰ ਸੁੰਦਰ ਸਿੰਘ ਮਜੀਠੀਆ ਤੇ ਸਰ ਜੋਗਿੰਦਰ ਸਿੰਘ ਬ੍ਰਿਟਿਸ਼ ਰਾਜ ਨਾਲ ਨੇੜਲੇ ਸੰਬੰਧ ਰੱਖਦੇ ਹਨ। ਇਹ ਜਿਹੜੀ ਖਾਲਸਾ ਜਿਹੜੀ ਪਾਰਟੀ ਤੁਸੀਂ ਹਾਂਜੀ ਨੈਸ਼ਨਲ ਪਾਰਟੀ ਦੀ ਗੱਲ ਕਰਦੇ ਹੋ, ਇਨਫੈਕਟ ਇਹ ਨਾ 32 to 35 ਬੜੇ ਇੰਪੋਰਟੈਂਟ ਹੈ ਇਹਨਾਂ ਦੀ ਫੰਕਸ਼ਨਿੰਗ ਐਜ਼ ਸੱਚ, ਕਿਉਂਕਿ 35 ਤੱਕ ਇਨਫੈਕਟ ਜਿਹੜਾ ਪੋਲੀਟੀਕਲ ਗਰੁੱਪ ਸੀ ਸੈਂਟਰਲ ਸਿੱਖ ਲੀਗ ਵਾਲਾ, ਉਹ ਮਰਜ ਕਰ ਗਿਆ ਸੀ। ਹਮੇਸ਼ਾ ਹੀ ਉਹ ਵੈਸੇ ਕਾਂਗਰਸ ਦੇ ਨਾਲ ਤੁਰਿਆ ਇੱਕ ਗਰੁੱਪ ਸਿੱਖਾਂ ਦਾ, ਬਟ ਇਸ ਦੌਰਾਨ ਨਾ ਉਹਨਾਂ ਨੇ ਇੱਕ ਨਵੀਂ ਬੋਡੀ ਦੇ ਵਿੱਚ ਮਰਜ ਕਰ ਰਹੇ ਕਿ ਏਮਸ ਤਾਂ ਸਾਡੇ ਸੇਮ ਆ। ਖਾਲਸਾ ਦਰਬਾਰ ਨਾਮ ਦਾ ਇੱਕ ਆਰਗੇਨਾਈਜੇਸ਼ਨ ਇਹਨਾਂ ਨੇ ਫਾਰਮ ਕੀਤੀ, ਇਹ 35 ਦੇ ਵਿੱਚ ਹੈ। ਪਰ ਖਾਲਸਾ ਨੈਸ਼ਨਲ ਪਾਰਟੀ ਹੈ ਨਾ ਜਿਹੜੀ, ਇਨਫੈਕਟ ਖਾਲਸਾ ਨੈਸ਼ਨਲ ਪਾਰਟੀ ਦਾ ਤਾਂ ਬੇਸਿਕਲੀ ਇਹਨਾਂ ਦਾ ਹੋਂਦ ਵਿੱਚ 37 ਦੇ ਵਿੱਚ ਆਏ, ਐਂਡ ਇਹ ਇਸ ਵੇਲੇ ਦੇ ਵਰ ਅਪੋਜ਼ਡ ਟੂ ਦੀ ਅਕਾਲੀ ਦਲ। ਜਿਹੜੀ ਤੁਸੀਂ ਸਵਾਲ ਕਰ ਰਹੇ ਹੋ ਕਿ ਇਹਨਾਂ ਨੇ 37 ਦੇ ਵਿੱਚ ਅਕਾਲੀ ਦਲ ਦੇ ਵਿੱਚ ਡੈਫੀਨਿਟਲੀ ਇਹਨਾਂ ਨੂੰ ਲੱਗਿਆ ਕਿ ਬੰਗਲਿੰਗ ਵੀ ਹੁੰਦੀ ਆ, ਜੋ ਵੀ ਹੁੰਦੀ ਆ, ਵੀ ਇਟ ਨੀਡਸ ਟੂ ਬੀ ਮੋਡੀਫਾਈਡ। ਸੁੰਦਰ ਸਿੰਘ ਮਜੀਠੀਆ ਟੋਟਲੀ ਬ੍ਰਿਟਿਸ਼ ਤੋਂ ਦੇ ਨਾਲ ਹੀ, ਤਾਂ ਹੀ ਜਦੋਂ ਯੂਨੀਅਨਿਸਟਾਂ ਨਾਲ ਰਲਣਾ, ਜਦੋਂ ਲਾਇਲਟੀ ਦਾ ਐਂਗਲ ਦੇਖਦੇ ਆ ਉਦੋਂ ਉੱਧਰ, ਤੇ ਜਦੋਂ ਕਮਿਊਨਲ ਉਹਦੇ ਵਿੱਚ ਹੋਣਾ ਉਦੋਂ ਅਸੀਂ ਸਿੱਖ ਪੋਟਰੇ ਆਪਣੇ ਆਪ ਨੂੰ ਕਰਾਂਗੇ। ਬੜੀ ਇੰਟਰਸਟਿੰਗ ਜੀ ਕਹਾਣੀ ਹੈ ਇਹ ਸਾਰੇ ਲੀਡਰਾਂ ਦੀ। ਇਸ ਵੇਲੇ ਡਾਇਲਮਾ ਸਿੰਪਲ ਆ ਬਈ ਅਸੀਂ ਆਰਮੀ ਦੀ ਰਿਕਰੂਟਮੈਂਟ ਵੀ ਗਵਾਈਏ ਨਾ। ਜੇ ਅਸੀਂ ਬਿਲਕੁਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਜੁੜ ਗਏ ਤੇ ਸਾਡੀ ਰਿਕਰੂਟਮੈਂਟ ਨਾ ਬ੍ਰਿਟਿਸ਼ ਖਤਮ ਕਰ ਦੇ, ਇਹ ਖਤਰਾ ਸੀ। ਸੋ ਇਸ ਐਂਗਲ ਤੋਂ ਡੈਫੀਨਿਟਲੀ ਇਹਨਾਂ ਨੂੰ ਕਾਫੀ ਸੀ। ਮਤਲਬ ਜਿੱਦਾਂ ਸੁੰਦਰ ਸਿੰਘ ਮਜੀਠੀਆ ਹੋ ਗਏ ਖਾਲਸਾ ਨੈਸ਼ਨਲ ਪਾਰਟੀ ਦੇ, ਉੱਜਲ ਸਿੰਘ ਹੋ ਗਏ, ਜੋਗਿੰਦਰ ਸਿੰਘ ਹੋ ਗਏ, ਇਹ ਬੜੇ ਬਿਗ ਬਿਜ਼ਨਸਮੈਨ ਜਾਂ ਬਿਗ ਲੈਂਡਲੋਰਡ ਸੀ, ਤੇ ਜਿਹੜੇ ਗਰਾਊਂਡ ਲੈਵਲ ਤੇ ਜਿਹੜੇ ਆਮ ਸਿੱਖ ਸੀਗੇ ਉਹਨਾਂ ਨੂੰ ਇਹ ਰਿਪਰੈਜ਼ੈਂਟ ਕਰਦੇ ਸੀ ਜਾਂ ਮਤਲਬ ਉਹ ਇਹਨਾਂ ਤੋਂ ਵੱਖ ਤੋਂ ਆਪਣੇ ਬੜੇ ਇੰਟਰੀਗਸ ਹੁੰਦੇ ਇਸ ਪੀਰੀਅਡ ਦੇ ਵਿੱਚ। ਆਪਣਾ ਇੰਟਰਸਟ ਹਰ ਕੋਈ ਵਾਚ ਕਰਦਾ। ਯੂ ਕਾਂਟ ਸੇ ਕਿ ਦੇ ਆਰ ਫॉर ਪੰਜਾਬ। ਉੱਥੇ ਕੋਈ ਇਹ ਨਹੀਂ ਹੈ ਵੀ ਮੈਂ ਐਗਰੀਕਲਚਰਿਸਟ ਦਾ ਆਹ ਕਰ ਦੇਵਾਂ ਜਾਂ ਉਹ ਕਰ ਦੇਵਾਂ, ਉਹ ਸਪਿਰਿਟ ਹੈ ਨਹੀਂ। ਦੇ ਟੈਂਡ ਟੂ ਟਰਨ very personal ਕਿ ਮੇਰੀ ਦਬਦਬਾ ਰਹੇ। ਮਜੀਠੀਆ wanted always to be in the legislative council. ਸੋ ਇਸੇ ਤਰ੍ਹਾਂ ਹੀ ਸਾਰੇ ਦੇ ਸਾਰੇ ਪੋਲੀਟੀਕਲੀ, ਇਨਫੈਕਟ ਇੰਟਰਸਟਿੰਗਲੀ ਕੁਝ ਸਿੱਖ ਆ ਜਿਹੜੇ ਬਿਲਕੁਲ ਕਾਂਗਰਸ ਦੇ ਨਾਲ ਚੱਲਦੇ ਆ, ਉਹਨਾਂ ਨੂੰ ਅਸੀਂ ਜ਼ਰੂਰ ਨੈਸ਼ਨਲਿਸਟ ਸਿੱਖ ਕਹਿੰਦੇ ਹਾਂ, ਪਰ ਜਿਹਨੇ ਨਾਲ ਲਾ ਦਿੱਤਾ ਵਰਡ ਖਾਲਸਾ, ਉਹਦੀ ਤਾਂ ਟਿੰਜ ਆ ਗਈ ਨਾ।
ਉਹ ਤਾਂ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਮੋਰ, ਔਰ ਅਪੀਲ ਕਰ ਰਿਹਾ ਕਿ ਮੇਰੇ ਨਾਲ ਚੱਲੋ। ਇਤਿਹਾਸਕਾਰ ਮੰਨਦੇ ਹਨ ਉਸ ਸਮੇਂ ਦੇ ਸਿੱਖ ਆਗੂਆਂ ਨੇ ਖਾਲਿਸਤਾਨ ਜਾਂ ਸਿੱਖ ਹੋਮਲੈਂਡ ਦੀ ਕਦੇ ਖੁੱਲ੍ਹ ਕੇ ਮੰਗ ਹੀ ਨਹੀਂ ਕੀਤੀ। ਉਹ ਅੰਗਰੇਜ਼ਾਂ ਕੋਲੋਂ ਖਾਲਿਸਤਾਨ ਤਾਂ ਮੰਗਦੇ ਸਨ, ਪਰ ਸਿਰਫ ਪਾਕਿਸਤਾਨ ਬਣਨ ਦਾ ਵਿਰੋਧ ਜਤਾਉਣ ਲਈ। ਜਿਹੜਾ ਖਾਲਿਸਤਾਨ ਦੀ ਡਿਮਾਂਡ ਹੈ, ਇਹ ਤਾਂ ਟੂ ਕਾਊਂਟਰ ਦੀ ਪਾਕਿਸਤਾਨ ਡਿਮਾਂਡ ਸਭ ਤੋਂ ਪਹਿਲਾਂ ਮਤਲਬ ਵਿਲਿੰਗ ਨਹੀਂ ਸੀਗੇ, ਕਿਉਂਕਿ ਪਾਕਿਸਤਾਨ ਉਹ ਮੁਸਲਮਾਨ ਲੈ ਰਹੇ। ਹਾਂ, ਹਮੇਸ਼ਾ ਇਹਨਾਂ ਨੇ ਕਦੇ ਨਹੀਂ ਕਿਹਾ ਅਸੀਂ ਅੱਡ ਸੈਪਰੇਟ ਨੇਸ਼ਨ ਆ। ਜਿਨ੍ਹਾਂ ਤਾਂ ਕਹਿੰਦਾ ਅਸੀਂ ਤਾਂ ਮੁਸਲਮਾਨ ਤੇ ਹਿੰਦੂਆਂ ਤੋਂ ਸਾਡੀ ਤਾਂ ਨੇਸ਼ਨ ਹੀ ਅੱਡ ਅੱਡ ਆ। ਇਹ ਸਿੱਖਾਂ ਨੇ ਕਦੇ ਨਹੀਂ ਕਿਹਾ ਕਿ ਸਾਡਾ ਨੇਸ਼ਨ ਅਸੀਂ ਇੰਡੀਆ ਤੋਂ ਬਈ ਅੱਡ ਆ ਬਾਈ ਆਲ ਸਟੈਂਡਰਡਸ। ਸੋ ਇਹਨਾਂ ਨੇ ਵੀ ਇਨਫੈਕਟ ਦ ਵੈਰੀ ਟਰਮ ਜਿਹੜਾ ਖਾਲਿਸਤਾਨ ਦਾ ਵੀ ਹੈ, ਖਾਲਸਾ ਨੂੰ ਹੈਮਰ ਕਰਕੇ ਆਰਗੂਮੈਂਟ ਪਤਾ ਕੀ ਦਿੰਦੇ ਆ ਇੱਕਦਮ ਕਿ ਜੀ ਇੱਥੇ ਰਣਜੀਤ ਸਿੰਘ ਦਾ ਰਾਜ ਸੀ, ਇਟ ਵਾਜ਼ ਖਾਲਸਾ ਰਾਜ, ਹੀ ਵਾਜ਼ ਅ ਰੂਲਰ। ਰਣਜੀਤ ਸਿੰਘ ਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਹਿਸਟੋਰੀਕਲੀ ਕਿ ਯੂ ਕਾਂਟ ਸੇ ਕਿ ਉਹ ਸਿੱਖ ਰਾਜ ਨਹੀਂ ਸੀ। ਇਹ ਵੀ ਇੰਟਰਪ੍ਰੇਟੇਸ਼ਨਸ ਆ ਰਹੀਆਂ ਹੁਣ ਅ ਲੋਟ ਆਫ ਹਿਸਟੋਰੀਅਨ ਸੇ ਕਿ ਜੀ ਉਹ ਸਿੱਖਾਂ ਦਾ ਸੀ, ਖਾਲਸਾ ਰਾਜ। ਉਹਨੇ ਖਾਲਸਾ ਦੇ ਨਾਂ ਤੇ, ਹੀ ਵਾਜ਼ ਸਿੱਖ ਬਾਏ ਫੇਥ, ਬੜੀ ਇੱਜ਼ਤ ਕਰਦਾ ਸੀ ਆਪਣੀ ਫੇਥ ਦੀ, ਉਹਦੇ ਲਈ ਕੀਤਾ ਵੀ ਬੜਾ ਕੁਛ, ਬਟ ਇਟ ਵਾਜ਼ ਨਾਟ ਇਨ ਦ ਨੇਮ ਆਫ ਰਿਲੀਜਨ ਦੈਟ। ਨਾ ਉਹਨੇ ਪਰਸ਼ੀਅਨ ਡਾਕੂਮੈਂਟਸ ਉਡਾਏ, ਨਾ ਉਹਨੇ ਕੋਈ ਭਰਤੀ ਦੇ ਵਿੱਚ ਕੋਈ ਗੜਬੜਾਂ ਕੀਤੀਆਂ। ਰਾਜ ਵੀ ਉਹਨੇ ਲਾਹੌਰ ਤੋਂ ਕੀਤਾ, ਮੁਸਲਮਾਨ ਵੀ ਵਿੱਚੇ ਸੀ ਉਹਦੀ ਕਾਉਂਸਲ ਦੇ ਮੈਂਬਰਸ, ਤੇ ਹਿੰਦੂ ਵੀ ਸੀ, ਦੂਸਰੇ ਵੀ ਸੀ, ਸਾਰਿਆਂ ਨੂੰ ਨਾਲ ਲੈ ਕੇ ਹੀ ਚੱਲਿਆ ਸੀ। ਬਟ ਅਸੀਂ ਹਿਸਟੋਰੀਓਗ੍ਰਾਫਿਕਲੀ ਕਾਫੀ ਚੀਜ਼ਾਂ, ਕਿਉਂਕਿ ਹੁਣ ਅਸੀਂ ਲਿਖ ਰਹੇ ਹਾਂ ਨਾ, ਹੁਣ ਸਾਡੇ ਦਿਮਾਗ ਦੇ ਵਿੱਚ being a Sikh, being a Hindu, being a Muslim is more important. We've undergone ਇੰਨੀ ਜ਼ਿਆਦਾ tragedies ਕਹਿ ਸਕਦੇ ਹੋ ਤੁਸੀਂ of partition। ਇੱਕ ਦੂਜੇ ਤੋਂ ਅਸੀਂ ਬੜੇ ਬੁਰੀ ਤਰ੍ਹਾਂ ਫਟੇ ਹੋਏ ਸੀ, ਤੇ ਅਸੀਂ ਉਸੇ ਐਂਗਲ ਤੋਂ ਹੀ if but ਇਹੋ ਜਿਹਾ ਆਰਗੂਮੈਂਟ ਹੈ, if Pakistan is created then we want ਖਾਲਿਸਤਾਨ। ਕਿਉਂਕਿ ਆਰਗੂਮੈਂਟ ਦਿੰਦੇ ਸਾਡੇ ਰਿਲੀਜੀਅਸ ਪਲੇਸਿਸ ਉਧਰ ਹੈ, ਆਹ ਵਾਲਾ ਏਰੀਆ ਸਾਨੂੰ ਮਿਲਣਾ ਚਾਹੀਦਾ। ਬਟ ਦੇ ਨੈਵਰ ਆਸਕਡ ਫॉर ਏ ਇੰਡੀਪੈਂਡੈਂਟ ਹੋਮਲੈਂਡ ਐਸ ਸੱਚ। ਇਹ ਡਿਮਾਂਡਸ ਦੋਨੋਂ ਹੀ, ਜਿਹੜਾ ਤਾਰਾ ਸਿੰਘ ਕਮਸ ਇਨਟੂ ਪ੍ਰੋਮੀਨੈਂਸ, ਇਹ ਵੀ ਸਮ 42 ਔਨਵਰਡਸ ਆ, ਜਦੋਂ ਇਹਨਾਂ ਨੂੰ ਲੱਗਦਾ ਆ ਕਿ ਸ਼ਾਇਦ ਕਿਤੇ ਜੇ none of them thought ਕਿ ਮੰਨੀ ਜਾਊਗੀ ਜਿਨ੍ਹਾਂ ਦੀਆਂ ਗੱਲਾਂ, ਬਟ ਤਾਂ ਹੀ ਇਹ ਕਾਂਗਰਸ ਦੇ ਨਾਲ ਵੀ ਸੀ ਐਟ ਦੈਟ ਪੁਆਇੰਟ ਆਫ ਟਾਈਮ। ਮੈਮ ਬ੍ਰਿਟਿਸ਼ ਰਾਜ ਵੱਲੋਂ ਕੋਈ ਆਫਰ ਸੀਗੀ ਕਿ ਤੁਸੀਂ ਲਓ ਖਾਲਿਸਤਾਨ? ਨਹੀਂ, ਮੈਂ ਤਾਂ ਨਾ ਇੱਕ ਉਹਨਾਂ ਦੀਆਂ ਸੀਰੀਜ਼ ਆ ਟ੍ਰਾਂਸਫਰ ਆਫ ਪਾਵਰ, ਤੁਸੀਂ ਸ਼ਾਇਦ ਕਦੇ ਦੇਖੋ। ਟ੍ਰਾਂਸਫਰ ਆਫ ਪਾਵਰਸ ਇਹਨਾਂ ਦੀਆਂ ਨਾ ਜਿਹੜੀਆਂ ਸੈਕਟਰੀ ਆਫ ਸਟੇਟ ਆ ਪਲੱਸ ਦ ਵਾਈਸ ਰॉयਜ਼, ਉਹ ਕੋਰਸਪੋਂਡੈਂਸ ਵਿਦ ਦ ਲੀਡਰਸ ਆਲਸੋ, ਔਰ ਮੈਂ ਉਹਦੇ ਵਿੱਚ ਕਾਗਜ਼ ਬੜੇ ਧਿਆਨ ਦੇ ਨਾਲ ਦੇਖਿਆ। ਦੇ ਡੋਂਟ ਸੀਮ ਟੂ ਬੀ ਐਟ ਆਲ, ਇਨ ਫੈਕਟ ਦੇ ਮੌਕ ਐਟ ਯੂ ਕਿ ਆ ਕੀ ਤੁਹਾਡੀ ਆਰਗੂਮੈਂਟ ਹੋਈ। ਮਤਲਬ ਫਰਮਲੀ ਇਹਨਾਂ ਨੇ ਮੰਗਿਆ ਹੀ ਨਹੀਂ ਕਦੀ? ਫਾਰਮਲੀ ਤਾਂ ਨਹੀਂ, ਇੱਕ ਪੈਂਫਲੇਟ ਦੇ ਤੌਰ ਤੇ ਆ ਗਿਆ, ਫਲੋਟ ਕੀਤਾ ਗਿਆ ਕਿ ਆਈਡੀਆ ਜੇ ਪਾਕਿਸਤਾਨ, ਬਾਰ-ਬਾਰ ਕਹਿੰਦੇ ਇਹੋ ਰਹੇ, ਜੇ ਪਾਕਿਸਤਾਨ ਬਣਿਆ ਫਿਰ ਸਾਨੂੰ ਆਪਣੀ ਅੱਡ ਟੈਰੀਟਰੀ। ਤੇ ਜੇ ਸਟਰੋਂਗਲੀ ਡਿਮਾਂਡ ਕਰਦੇ ਕਿ ਸਾਨੂੰ ਚਾਹੀਦਾ, ਫਿਰ ਇਹਦੀ ਪੋਸੀਬਿਲਿਟੀ ਸੀ? ਇਹਦੀ ਪੋਸੀਬਿਲਿਟੀ ਆਈ ਡੋਂਟ ਥਿੰਕ ਸੋ। ਤੁਸੀਂ ਇਹ ਲੈਂਡਲੌਕਡ ਏਰੀਆ ਹੁੰਦਾ, ਉੱਧਰ ਤੁਹਾਡੇ ਮੁਸਲਮਾਨਾਂ ਨਾਲ ਨਹੀਂ ਬਣਦੀ, ਇੱਧਰ ਤੁਹਾਡੇ ਇਹਨਾਂ ਨਾਲ ਨਹੀਂ ਬਣਦੀ, ਵਾਟ ਡੂ ਯੂ ਵਾਂਟ? ਤੁਹਾਡੇ ਲੋਕ ਕਿੱਧਰ ਜਾਣਗੇ? ਤੁਸੀਂ, ਤੁਹਾਡੇ ਕੋਈ ਸਮੁੰਦਰ ਹੀ ਨਹੀਂ ਹੈ ਜਿੱਥੋਂ ਤੁਸੀਂ
ਕੋਈ ਟ੍ਰੇਡ ਕਰੋ। ਸੋ ਆਈ ਡੋਂਟ ਨੋ ਮੈਨੂੰ ਨਹੀਂ ਲੱਗਦਾ। ਹਾਂ, ਜੇ ਕਿਤੇ ਕਰਾਚੀ ਇੰਡੀਆ ਨੂੰ ਮਿਲ ਜਾਂਦਾ ਜਾਂ ਹਾਂ, ਇਹ ਵੀ ਮੈਂ ਬੜੀ ਵਾਰੀ ਐਕਸਪਲੋਰ ਕਰਨਾ ਚਾਹਿਆ। ਇੱਕ ਸਟੇਜ ਦੇ ਉੱਤੇ ਜਿਹੜੀ ਨਾ ਲਾਈਨ ਖਿੱਚੀ ਹੈ ਰੈੱਡ ਕਲਿਫ ਨੇ ਤੁਹਾਡੀ ਇੰਡੀਆ ਤੇ ਪਾਕਿਸਤਾਨ ਵਾਲੀ, ਉਹਦੇ ਉੱਤੇ ਹੋਰ ਕੰਮ ਵੀ ਹੋਣਾ ਚਾਹੀਦਾ ਹੈ, ਕਿਉਂਕਿ ਤੁਹਾਨੂੰ ਕਾਫੀ ਕੁਝ ਉੱਥੋਂ ਲੱਭੂਗਾ। ਪਲੀਡ ਤਾਂ ਅਸੀਂ ਸਾਰੇ ਕਰਦੇ ਰਹੇ, ਬਟ ਪ੍ਰੈਕਟੀਕਲੀ ਉਹਨਾਂ ਨੇ ਲਾਈਨ ਖਿੱਚੀ ਕਿਉਂ ਤੇ ਕਿੱਦਾਂ ਖਿੱਚੀ, ਉਹਦੇ ਵਿੱਚ ਮੇਰਾ ਹੰਚ ਆ, ਆਈ ਮੇ ਬੀ ਆਮ ਸਬਜੈਕਟ ਟੂ ਚੇਂਜ, ਕਿ ਸ਼ਾਇਦ ਪਹਿਲੇ ਸਟੇਜ ਵਿੱਚ ਈਵਨ ਲਾਹੌਰ ਇੰਡੀਆ ਨੂੰ ਆਉਂਦਾ ਸੀ, ਜਿਹਦੇ ਤੇ ਜਿਨ੍ਹਾਂ ਬਹੁਤ ਚੀਕਿਆ ਕਿ ਫਿਰ ਮੈਨੂੰ ਕੀ ਦਿੱਤਾ। 1980 ਅਤੇ 90 ਦੇ ਦਹਾਕੇ 'ਚ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਪੰਜਾਬ 'ਚ ਜੋ ਹੋਇਆ ਉਸ ਤੋਂ ਅਸੀਂ ਸਾਰੇ ਜਾਣੂ। ਪਰ ਜੇ ਉਸ ਵੇਲੇ ਦੇ ਸਿੱਖ ਆਗੂ ਅੰਗਰੇਜ਼ਾਂ ਕੋਲੋਂ ਜ਼ੋਰ ਦੇ ਕੇ ਖਾਲਿਸਤਾਨ ਮੰਗਦੇ ਤੇ ਅੰਗਰੇਜ਼ ਉਹਨਾਂ ਨੂੰ ਦੇ ਵੀ ਦਿੰਦੇ, ਤਾਂ ਅੱਜ ਦਾ ਪੰਜਾਬ ਕਿਵੇਂ ਦਾ ਹੋਣਾ ਸੀ, ਇਹ ਅਗਾਊਂ ਖੋਜ ਦਾ ਵਿਸ਼ਾ।